ਨੇ ਕਿਵੇਂ ਸਿਵਲ ਡਿਸਓਬੀਡੀਐਂਸ ਮੂਵਮੈਂਟ ਦੀ ਸ਼ੁਰੂਆਤ ਸਾਲਟ ਮਾਰਚ ਤੋਂ ਕੀਤੀ ਸੀਗੀ ਔਰ 1930 ਦੇ ਵਿੱਚ ਇਹ ਮੂਵਮੈਂਟ ਬਿਗਿਨ ਕੀਤੀ ਗਈ ਸੀ। ਨਾਨ ਕੋਆਪਰੇਸ਼ਨ ਮੂਵਮੈਂਟ ਤੋਂ ਬਾਅਦ ਜਿਹੜੀ ਇੱਕ ਵੱਡੀ ਮੂਵਮੈਂਟ ਕਾਂਗਰਸ ਨੇ ਚਲਾਈ ਉਹ ਸੀ ਸਿਵਲ ਡਿਸਓਬੀਡੀਐਂਸ ਮੂਵਮੈਂਟ ਔਰ ਸਾਲਟ ਮਾਰਚ ਦੇ ਨਾਲ ਇਹ ਸ਼ੁਰੂਆਤ ਇਹਦੀ ਹੋਈ ਸੀਗੀ। ਸੋ ਡਿਟੇਲ 'ਚ ਪੜਾਂਗੇ। ਮਹਾਤਮਾ ਗਾਂਧੀ ਫਾਊਂਡ ਇਨ ਸਾਲਟ ਅ ਪਾਵਰਫੁਲ ਸਿੰਬਲ ਦੈਟ ਕੁਡ ਯੂਨਾਈਟ ਦਾ ਨੇਸ਼ਨ। ਮਹਾਤਮਾ ਗਾਂਧੀ ਜੀ ਨੂੰ ਲੱਗਦਾ ਸੀ ਕਿ ਨਮਕ ਜਿਹੜਾ ਇੱਕ ਪਾਵਰਫੁਲ ਸਿੰਬਲ ਹੈ ਜਿਹੜਾ ਕਿ ਪੂਰੇ ਭਾਰਤ ਨੂੰ ਆਪਸ 'ਚ ਜੋੜ ਸਕਦਾ ਹੈ, ਉਹਨਾਂ 'ਚ ਯੂਨਿਟੀ ਪੈਦਾ ਕਰ ਸਕਦਾ ਹੈ ਲੋਕਾਂ ਦੇ ਵਿੱਚ। 31 ਜਨਵਰੀ 1930 ਦੇ ਵਿੱਚ ਮਹਾਤਮਾ ਗਾਂਧੀ ਜੀ ਨੇ ਉਸ ਟਾਈਮ ਦੇ ਬ੍ਰਿਟਿਸ਼ ਵਾਇਸਰੋਏ ਇਰਵਿਨ ਨੂੰ ਇੱਕ ਜਿਹੜਾ ਲੈਟਰ ਲਿਖਿਆ, ਉਹਦੇ ਵਿੱਚ 11 ਡਿਮਾਂਡਸ ਲਿਖੀਆਂ ਸੀ ਉਹਨਾਂ ਨੇ ਹਿੰਦੁਸਤਾਨੀਆਂ ਦੀਆਂ। ਸਮ ਆਫ ਥੀਸ ਵਰ ਆਫ ਜਨਰਲ ਇੰਟਰਸਟ, ਕੁਛ ਜਿਹੜੀਆਂ ਡਿਮਾਂਡਸ ਸੀ ਜਸਟ ਆਮ ਸੀਗੀਆਂ। ਅਦਰਸ ਵਰ ਸਪੈਸੀਫਿਕ ਡਿਮਾਂਡਸ ਆਫ ਡਿਫਰੈਂਟ ਕਲਾਸਿਸ, ਜਦੋਂ ਕਿ ਕੁਛ ਡਿਮਾਂਡਸ ਜਿਹੜੀਆਂ ਸੀਗੀਆਂ ਕੁਛ ਕਲਾਸਿਸ ਨਾਲ, ਕੁਛ ਵਰਗਾਂ ਦੇ ਨਾਲ ਜੁੜੀਆਂ ਹੋਈਆਂ ਸੀਗੀਆਂ। ਕੁਛ ਇੰਡਸਟਰੀਅਲਿਸਟ ਲੋਕਾਂ ਦੀਆਂ ਡਿਮਾਂਡ ਸੀਗੀਆਂ, ਕੁਛ ਕਿਸਾਨਾਂ ਦੀਆਂ ਡਿਮਾਂਡ ਸੀਗੀਆਂ। ਸੋ ਸਾਰੀਆਂ ਡਿਮਾਂਡਸ ਜਿਹੜੀਆਂ ਨੇ ਇੱਕ ਲੈਟਰ ਦੀ ਫਾਰਮ ਦੇ ਵਿੱਚ ਉਸ ਟਾਈਮ ਦੇ ਬ੍ਰਿਟਿਸ਼ ਵਾਇਸਰੋਏ ਜੋ ਕਿ ਐਗਜ਼ੈਕਟਿਵ ਦਾ ਹੈੱਡ ਸੀਗਾ ਹਿੰਦੁਸਤਾਨ ਦੇ ਵਿੱਚ, ਉਹਨੂੰ ਭੇਜੀਆਂ ਗਈਆਂ। The idea was to make the demands wide-ranging so that all the classes within Indian society could identify with them and everyone could be brought together in a united campaign. ਮਹਾਤਮਾ ਗਾਂਧੀ ਦਾ ਵਿਚਾਰ ਸੀਗਾ ਕਿ ਸਾਰੀਆਂ ਡਿਮਾਂਡਸ ਜਿਹੜੀਆਂ ਨੇ ਉਹ ਇਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਕਿ ਸਭ ਲੋਕਾਂ ਨਾਲ ਸੰਬੰਧ ਰੱਖਦੀਆਂ ਹੋਣ। ਸਾਰੇ ਤਰ੍ਹਾਂ ਦੇ ਲੋਕਾਂ ਦੀਆਂ ਡਿਮਾਂਡਸ ਜਿਹੜੀਆਂ ਨੇ ਸਰਕਾਰ ਤੱਕ ਪਹੁੰਚਾਉਣੀਆਂ ਜ਼ਰੂਰੀ ਨੇ ਤਾਂ ਕਿ ਸਭ ਲੋਕ ਮਿਲ ਕੇ ਜਿਹੜੇ ਅੰਗਰੇਜ਼ਾਂ ਦੇ ਖਿਲਾਫ ਸਟਰਗਲ ਕਰਨ। The most stirring of all was the demand to abolish the salt tax. ਇਹ ਜਿਹੜੀਆਂ 11 ਡਿਮਾਂਡਸ ਦਾ ਲੈਟਰ ਭੇਜਿਆ ਸੀਗਾ ਵਾਇਸਰੋਇਲ ਇਰਵਿਨ ਨੂੰ, ਉਹਦੇ ਵਿੱਚ ਇੱਕ ਡਿਮਾਂਡ ਸੀਗੀ ਗਾਂਧੀ ਜੀ ਦੇ ਅਕੋਰਡਿੰਗ ਸਭ ਤੋਂ ਮੇਨ ਜਿਹੜੀ ਡਿਮਾਂਡ ਹੈਗੀ ਸੀਗੀ ਉਹ ਸੀਗੀ ਨਮਕ ਦੇ ਉੱਪਰ ਟੈਕਸ ਨੂੰ ਖ਼ਤਮ ਕਰਨਾ। ਸਾਨੂੰ ਪਤਾ ਕਿ 11 ਡਿਮਾਂਡਸ ਵਾਇਸਰੋਏ ਇਰਵਿਨ ਨੂੰ ਭੇਜੀਆਂ ਸੀ ਗਾਂਧੀ ਜੀ ਨੇ ਔਰ ਉਹਨਾਂ ਦੇ ਵਿੱਚੋਂ ਜਿਹੜੀ ਸਭ ਤੋਂ ਮੇਨ ਡਿਮਾਂਡ ਸੀਗੀ ਉਹ ਸੀਗੀ ਕਿ ਨਮਕ ਦੇ ਉੱਪਰ ਜਿਹੜਾ ਟੈਕਸ ਹੈ ਉਹਨੂੰ ਖ਼ਤਮ ਕੀਤਾ ਜਾਵੇ। ਸਾਲਟ ਵਾਜ਼ ਸਮਥਿੰਗ ਕੰਜ਼ਿਊਮਡ ਬਾਈ ਦਾ ਰਿਚ ਐਂਡ ਦਾ ਪੂਅਰ ਅਲਾਈਕ। ਨਮਕ ਇਹੋ ਜਿਹੀ ਚੀਜ਼ ਸੀਗੀ ਕਿ ਜਿਹਨੂੰ ਅਮੀਰ ਵੀ ਵਰਤਦੇ ਸੀਗੇ ਔਰ ਗਰੀਬ ਵੀ ਵਰਤਦੇ ਸੀਗੇ, ਸਭ ਵਾਸਤੇ ਕਾਮਨ ਸੀਗੀ। ਇਟ ਵਾਜ਼ ਦਾ ਵਨ ਆਫ ਦਾ ਮੋਸਟ ਐਸੈਂਸ਼ੀਅਲ ਆਈਟਮਸ ਆਫ ਫੂਡ। ਉਹ ਹਰ ਇੱਕ ਬੰਦੇ ਦੇ ਭੋਜਨ ਦੇ ਵਿੱਚ ਇਹ ਚੀਜ਼ ਜਿਹੜੀ ਹੈ ਹਮੇਸ਼ਾ ਇਸਤੇਮਾਲ ਕੀਤੀ ਜਾਂਦੀ ਰਹੀ ਔਰ ਜਾਂਦੀ ਸੀਗੀ। ਟੈਕਸ ਔਨ ਸਾਲਟ ਐਂਡ ਦਾ ਗਵਰਨਮੈਂਟ ਮੋਨੋਪੋਲੀ ਓਵਰ ਇਟਸ ਪ੍ਰੋਡਕਸ਼ਨ, ਮਹਾਤਮਾ ਗਾਂਧੀ ਡਿਕਲੇਅਰਡ revealed the most oppressive face of British rule. ਮਹਾਤਮਾ ਗਾਂਧੀ ਜੀ ਦੇ ਅਕੋਰਡਿੰਗ ਅੰਗਰੇਜ਼ੀ ਰਾਜ ਦਾ, ਅੰਗਰੇਜ਼ੀ ਸਰਕਾਰ ਦਾ ਸਭ ਤੋਂ ਵੱਡਾ ਜ਼ੁਲਮ ਹਿੰਦੁਸਤਾਨੀਆਂ ਦੇ ਉੱਪਰ ਕੀ ਸੀਗਾ? ਨੰਬਰ 1 ਟੈਕਸ ਔਨ ਦਾ ਸਾਲਟ, ਕਿ ਉਹਨਾਂ ਨੇ ਲੂਣ ਦੇ ਉੱਪਰ ਟੈਕਸ ਲਗਾਇਆ ਹੋਇਆ ਸੀਗਾ। ਦੂਜੀ ਚੀਜ਼ ਗਵਰਨਮੈਂਟ ਮੋਨੋਪੋਲੀ ਓਵਰ ਇਟਸ ਪ੍ਰੋਡਕਸ਼ਨ, ਲੂਣ ਬਣਾਉਣ ਦੇ ਉੱਪਰ ਬ੍ਰਿਟਿਸ਼ ਗਵਰਨਮੈਂਟ ਦੀ ਮੋਨੋਪੋਲੀ ਸੀਗੀ। ਮੋਨੋਪੋਲੀ ਮੀਨਸ ਏਕਾਧਿਕਾਰ, ਸਿਰਫ ਅੰਗਰੇਜ਼ ਸਰਕਾਰ ਹੀ ਜਿਹੜੀ ਹੈ ਉਹ ਲੂਣ ਬਣਾ ਸਕਦੀ ਸੀਗੀ, ਕੋਈ ਆਮ ਬੰਦਾ ਲੂਣ ਨਹੀਂ ਸੀ ਬਣਾ ਸਕਦਾ। ਸੋ ਦੋਨੋਂ ਚੀਜ਼ਾਂ ਗਾਂਧੀ ਦੇ ਅਕੋਰਡਿੰਗ ਬਹੁਤ ਵੱਡਾ ਜ਼ੁਲਮ ਸੀਗਾ ਕਿ ਇੱਕ ਉਹ ਚੀਜ਼ ਨਮਕ ਜਿਹੜਾ ਹੈ ਜਿਹਨੂੰ ਕਿ ਗਰੀਬ ਬੰਦਾ ਵੀ ਵਰਤਦਾ ਹੈ ਉਹਦੇ ਉੱਪਰ ਟੈਕਸ ਲਗਾ ਦੇਣਾ, ਉਹਨੂੰ ਮਹਿੰਗਾ ਕਰ ਦੇਣਾ, ਗਾਂਧੀ ਦੇ ਅਕੋਰਡਿੰਗ ਇੱਕ ਬਹੁਤ ਹੀ ਘਟੀਆ ਕੰਮ ਸੀ ਅੰਗਰੇਜ਼ਾਂ ਦਾ। ਸੋ ਗਾਂਧੀ ਜੀ ਨੇ ਫੈਸਲਾ ਕੀਤਾ ਕਿ ਇਸ ਚੀਜ਼ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਥਰੂ ਦਾ ਮੂਵਮੈਂਟ। ਸੋ ਇਟ ਵਾਜ਼ ਦਾ ਮੇਨ ਪਾਰਟ ਆਫ ਦਾ ਮੂਵਮੈਂਟ। ਹਾਂਜੀ, ਨੈਕਸਟ ਪੈਰਾਗ੍ਰਾਫ 'ਚ ਦੱਸਦਾ ਹੈ ਕਿ ਮਹਾਤਮਾ ਗਾਂਧੀ ਜੀ ਨੇ ਜਿਹੜਾ ਲੈਟਰ ਭੇਜਿਆ ਸੀਗਾ 11 ਡਿਮਾਂਡਸ ਵਾਲਾ ਵਾਇਸਰੋਏ ਲਾਰਡ ਇਰਵਿਨ ਨੂੰ, ਉਹ ਇੱਕ ਤਰ੍ਹਾਂ ਦਾ ਅਲਟੀਮੇਟਮ ਸੀਗਾ, ਇੱਕ ਤਰ੍ਹਾਂ ਦੀ ਵਾਰਨਿੰਗ ਸੀਗੀ ਬ੍ਰਿਟਿਸ਼ ਗਵਰਨਮੈਂਟ ਨੂੰ ਕਿ ਇਹ ਪੂਰੀ ਨਹੀਂ ਹੋਈ ਤਾਂ ਨੈਕਸਟ ਐਕਸ਼ਨ ਲੈਣਗੇ। ਅਗਰ ਉਹਨਾਂ ਦੀਆਂ ਡਿਮਾਂਡਸ ਨਹੀਂ ਫੁੱਲਫਿਲ ਕੀਤੀਆਂ ਜਾਂਦੀਆਂ, ਲੈਟਰ 'ਚ ਲਿਖਿਆ ਗਿਆ ਸੀਗਾ ਕਿ 11 ਮਾਰਚ ਤੱਕ ਸਾਡੀਆਂ ਮੰਗਾਂ ਅਗਰ ਨਹੀਂ ਪੂਰੀਆਂ ਕੀਤੀਆਂ ਗਈਆਂ ਤਾਂ ਕੀ ਹੋਏਗਾ ਕਿ ਕਾਂਗਰਸ ਜਿਹੜੀ ਹੈ ਇੱਕ ਸਿਵਲ ਡਿਸਓਬੀਡੀਐਂਸ ਮੂਵਮੈਂਟ ਸ਼ੁਰੂ ਕਰੇਗੀ। ਸਿਵਲ ਡਿਸਓਬੀਡੀਐਂਸ ਮੂਵਮੈਂਟ ਮੀਨਸ ਕਿ ਅੰਗਰੇਜ਼ਾਂ ਦੇ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਤੋੜਿਆ ਜਾਏਗਾ, ਉਹਨਾਂ ਦੇ ਖਿਲਾਫ ਕੰਮ ਕੀਤਾ ਜਾਏਗਾ। ਇਰਵਿਨ ਵਾਜ਼ ਅਨਵਿਲਿੰਗ ਟੂ ਨੈਗੋਸ਼ੀਏਟ। ਇਰਵਿਨ ਜਿਹੜਾ ਸੀਗਾ ਉਹ ਡਿਮਾਂਡਸ ਨੂੰ ਪੂਰੀਆਂ ਨਹੀਂ ਸੀ ਕਰਨਾ ਚਾਹੁੰਦਾ ਔਰ ਨਾ ਹੀ ਕੋਈ ਗੱਲਬਾਤ ਕਰਕੇ ਮਸਲੇ ਦਾ ਹੱਲ ਕਰਨਾ ਚਾਹ ਰਿਹਾ ਸੀਗਾ। ਸੋ ਮਹਾਤਮਾ ਗਾਂਧੀ ਸਟਾਰਟਡ ਹਿਸ ਫੇਮਸ ਸਾਲਟ ਮਾਰਚ ਅਕੰਪਨੀਡ ਬਾਏ 78 ਆਫ ਹਿਸ ਟਰਸਟਡ ਵਲੰਟੀਅਰਸ। ਜਦੋਂ ਅੰਗਰੇਜ਼ਾਂ ਦੇ ਵਾਇਸਰੋਏ ਇਰਵਿਨ ਨੇ ਇੱਕ ਤਰ੍ਹਾਂ ਦੀ ਨਾਂਹ ਕਰ ਦਿੱਤੀ ਇਹਨਾਂ ਦੀ ਮੰਗਾਂ ਨੂੰ ਪੂਰਾ ਕਰਨ ਦੇ ਲਈ, ਤਾਂ ਮਹਾਤਮਾ ਗਾਂਧੀ ਜੀ ਨੇ ਜਿਹੜਾ ਹੈ ਫੇਮਸ ਸਾਲਟ ਮਾਰਚ ਸ਼ੁਰੂ ਕੀਤਾ ਨਮਕ ਦਾ ਕਾਨੂੰਨ ਤੋੜਨ ਵਾਸਤੇ। ਜਦੋਂ ਉਹ ਚੱਲੇ ਸੀਗੇ ਤਾਂ ਉਹਨਾਂ ਦੇ ਨਾਲ 78 ਉਹਨਾਂ ਦੇ ਚੇਲੇ ਸੀਗੇ। ਦਾ ਮਾਰਚ ਵਾਜ਼ ਓਵਰ 240 ਮਾਈਲਸ। ਇਹ ਜਿਹੜਾ ਸਾਲਟ ਮਾਰਚ ਸੀਗਾ 240 ਮੀਲ ਦਾ ਰਸਤਾ ਸੀਗਾ ਫਰੋਮ ਗਾਂਧੀ ਜੀਜ਼ ਆਸ਼ਰਮ ਇਨ ਸਾਬਰਮਤੀ ਟੂ ਦਾ ਗੁਜਰਾਤੀ ਕੋਸਟਲ ਟਾਊਨ ਆਫ ਟਾਂਡੀ। ਸੋ ਗਾਂਧੀ ਜੀ ਜਿੱਥੇ ਸਾਬਰਮਤੀ ਆਸ਼ਰਮ 'ਚ ਰਹਿੰਦੇ ਸੀਗੇ ਉੱਥੋਂ ਸ਼ੁਰੂ ਹੋ ਕੇ
ਗੁਜਰਾਤ ਦੇ ਸਮੁੰਦਰ ਦੇ ਕਿਨਾਰੇ ਦੇ ਏਰੀਆ ਡਾਂਡੀ ਤੱਕ ਇਹ ਚੱਲਣਾ ਸੀਗਾ। ਸੋ ਸਾਬਰਮਤੀ ਆਸ਼ਰਮ ਤੋਂ ਲੈ ਕੇ ਡਾਂਡੀ ਏਰੀਆ ਤੱਕ ਇਹ ਜਿਹੜਾ ਸਾਲਟ ਮਾਰਚ ਹੈ ਇਹ ਲੰਬਾ ਸੀਗਾ ਔਰ ਇਹਦਾ ਡਿਸਟੈਂਸ 240 ਮੀਲ ਦਾ ਸੀਗਾ। The volunteers walked for 24 days about 10 miles a day। ਜਿਹੜੇ ਚੇਲੇ ਸੀਗੇ ਗਾਂਧੀ ਜੀ ਦੇ 24 ਦਿਨ ਲਗਾਤਾਰ ਚੱਲੇ, ਹਰ ਰੋਜ਼ 10 ਮੀਲ ਦਾ ਰਸਤਾ ਕਵਰ ਕਰਦੇ ਸੀਗੇ। ਹਜ਼ਾਰਾਂ ਦੇ ਨੰਬਰ ਦੇ ਵਿੱਚ ਰਸਤੇ ਦੇ ਵਿੱਚ ਲੋਕ ਜਿਹੜੇ ਸੀਗੇ ਗਾਂਧੀ ਜੀ ਦੇ ਕੋਲ ਆਉਂਦੇ ਸੀ। ਜਿੱਥੇ ਵੀ ਗਾਂਧੀ ਜੀ ਰੁਕਦੇ ਸੀ ਰਸਤੇ ਵਿੱਚ, ਉੱਥੇ ਹਜ਼ਾਰਾਂ ਦੀ ਗਿਣਤੀ 'ਚ ਹਿੰਦੁਸਤਾਨੀ ਉੱਥੇ ਆਉਂਦੇ ਸੀਗੇ, ਗਾਂਧੀ ਜੀ ਦਾ ਭਾਸ਼ਣ ਸੁਣਦੇ ਸੀਗੇ। ਗਾਂਧੀ ਜੀ ਉਹਨਾਂ ਨੂੰ ਦੱਸਦੇ ਸੀਗੇ ਕਿ ਸਵਰਾਜ ਦਾ ਮਤਲਬ ਕੀ ਹੈ ਔਰ ਗਾਂਧੀ ਜੀ ਉਹਨਾਂ ਨੂੰ ਪ੍ਰੇਰਨਾ ਦਿੰਦੇ ਸੀ ਆਮ ਲੋਕਾਂ ਨੂੰ ਰਸਤੇ ਦੇ ਵਿੱਚ ਕਿ ਕਿਵੇਂ ਸ਼ਾਂਤਮਈ ਤਰੀਕੇ ਦੇ ਨਾਲ ਅੰਗਰੇਜ਼ਾਂ ਦਾ ਵਿਰੋਧ ਕੀਤਾ ਜਾ ਸਕਦਾ ਹੈ। 6 ਅਪ੍ਰੈਲ 1930 ਦੇ ਵਿੱਚ ਗਾਂਧੀ ਜੀ ਜਿਹੜੇ ਨੇ ਆਖਿਰਕਾਰ ਡਾਂਡੀ ਪਹੁੰਚ ਗਏ 24 ਦਿਨ ਦੇ ਬਾਅਦ ਔਰ ਉੱਥੇ ਬੜੇ ਇੱਕ ਰਸਮੀ ਤਰੀਕੇ ਦੇ ਨਾਲ ਸੈਰੇਮੋਨੀ ਲਈ ਜਿਹੜਾ ਹੈ ਉਹਨਾਂ ਨੇ ਨਮਕ ਬਣਾ ਕੇ ਅੰਗਰੇਜ਼ਾਂ ਦਾ ਜਿਹੜਾ ਕਾਨੂੰਨ ਸੀਗਾ ਉਹਨੂੰ ਤੋੜਿਆ ਔਰ ਇਸ ਤਰ੍ਹਾਂ ਉਹਨਾਂ ਨੇ ਅੰਗਰੇਜ਼ਾਂ ਨੂੰ ਜਿਹੜਾ ਚੈਲੰਜ ਕੀਤਾ ਔਰ ਇਹਦੇ ਨਾਲ ਹੀ ਸਿਵਲ ਡਿਸਓਬੀਡੀਐਂਸ ਮੂਵਮੈਂਟ ਸ਼ੁਰੂ ਹੋ ਗਈ। ਸੋ ਕਹਿੰਦਾ ਕਿ ਸਾਲਟ ਮਾਰਚ ਦੇ ਨਾਲ ਹੀ ਜਿਹੜਾ ਹੈ ਡਾਂਡੀ ਪਹੁੰਚ ਕੇ ਗਾਂਧੀ ਜੀ ਨੇ ਸਿਵਲ ਡਿਸਓਬੀਡੀਐਂਸ ਮੂਵਮੈਂਟ ਦੀ ਸ਼ੁਰੂਆਤ ਕਰ ਦਿੱਤੀ। ਹਾਊ ਵਾਜ਼ ਦਿਸ ਮੂਵਮੈਂਟ ਡਿਫਰੈਂਟ ਫਰੋਮ ਦਾ ਨਾਨ ਕੋਆਪਰੇਸ਼ਨ ਮੂਵਮੈਂਟ। ਇਹ ਜਿਹੜੀ ਮੂਵਮੈਂਟ ਸੀ ਸਿਵਲ ਡਿਸਓਬੀਡੀਐਂਸ ਮੂਵਮੈਂਟ ਜਿਹੜੀ ਗਾਂਧੀ ਜੀ ਨੇ ਹੁਣ ਸ਼ੁਰੂ ਕੀਤੀ ਡਾਂਡੀ ਤੋਂ, ਇਹ ਪੁਰਾਣੀ ਮੂਵਮੈਂਟ ਨਾਨ ਕੋਆਪਰੇਸ਼ਨ ਮੂਵਮੈਂਟ ਤੋਂ ਕਿਵੇਂ ਡਿਫਰੈਂਟ ਸੀ ਦੇਖਾਂਗੇ। ਪੀਪਲ ਵਰ ਨਾਓ ਆਸਕਡ ਨਾਟ ਓਨਲੀ ਟੂ ਰਿਫਿਊਜ਼ ਕੋਆਪਰੇਸ਼ਨ with the British as they had done in 1921-22 but also to break colonial laws। ਸੋ ਇਸ ਮੂਵਮੈਂਟ ਦੇ ਵਿੱਚ ਜਿੱਥੇ ਉਹਨਾਂ ਨੇ ਨਾਨ ਕੋਆਪਰੇਸ਼ਨ ਮੂਵਮੈਂਟ ਵਾਂਗ ਅੰਗਰੇਜ਼ਾਂ ਤੋਂ ਸਹਿਯੋਗ ਵਾਪਸ ਲੈਣਾ ਸੀਗਾ, ਅੰਗਰੇਜ਼ਾਂ ਨੂੰ ਕੋਆਪਰੇਟ ਨਹੀਂ ਸੀ ਕਰਨਾ, ਨਾਲ ਦੀ ਨਾਲ ਪਲੱਸ ਇੱਕ ਹੋਰ ਚੀਜ਼ ਸੀਗੀ ਕਿ ਅੰਗਰੇਜ਼ੀ ਕਾਨੂੰਨਾਂ ਨੂੰ ਕਲੋਨੀਅਲ ਲਾਜ਼ ਨੂੰ ਤੋੜਨਾ ਸੀਗਾ। ਹਜ਼ਾਰਾਂ ਦੇ ਨੰਬਰ ਦੇ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਲੋਕਾਂ ਨੇ ਨਮਕ ਕਾਨੂੰਨ ਤੋੜਿਆ, ਜਿੱਥੇ ਨਮਕ ਬਣਾ ਸਕਦੇ ਸੀ ਉਹ, ਔਰ ਇੱਥੇ ਨਮਕ ਬਣਾਇਆ, ਡੈਮੋਸਟ੍ਰੇਟਡ ਇਨ ਫਰੰਟ ਆਫ ਦ ਗਵਰਨਮੈਂਟ ਸਾਲਟ ਫੈਕਟਰੀਜ਼। ਅੰਗਰੇਜ਼ਾਂ ਦੀਆਂ ਜਿਹੜੀਆਂ ਸਰਕਾਰੀ ਨਮਕ ਬਣਾਉਣ ਵਾਲੀਆਂ ਫੈਕਟਰੀਆਂ ਸੀਗੀਆਂ ਉਹਨਾਂ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ। ਐਜ਼ ਦਾ ਮੂਵਮੈਂਟ ਸਪਰੈਡ ਫੋਰਨ ਕਲੋਥ ਵਾਜ਼ ਬਾਈਕਾਟਿਡ। ਜਿਉਂ-ਜਿਉਂ ਮੂਵਮੈਂਟ ਫੈਲਦੀ ਗਈ ਅੰਗਰੇਜ਼ੀ ਕੱਪੜਾ ਜਿਹੜਾ ਸੀਗਾ ਉਹਦਾ ਬਾਈਕਾਟ ਕੀਤਾ ਗਿਆ, ਅੰਗਰੇਜ਼ੀ ਕੱਪੜਾ ਵਰਤਣ ਤੋਂ ਨਾ ਕਰ ਦਿੱਤੀ ਗਈ। ਲਿਕਵਰ ਸ਼ਾਪਸ ਵਰ ਪਿਕਟਡ, ਜਿਹੜੇ ਸ਼ਰਾਬ ਦੇ ਠੇਕੇ ਸੀਗੇ ਉਹ ਬੰਦ ਕਰਵਾਏ ਗਏ ਹਿੰਦੁਸਤਾਨੀਆਂ ਦੁਆਰਾ। ਔਰ ਇਸ ਤੋਂ ਬਿਨਾਂ ਜਿੱਥੇ ਨਮਕ ਨਹੀਂ ਸੀ ਬਣਾਇਆ ਜਾ ਸਕਦਾ ਉੱਥੇ ਦੂਸਰੇ ਕਾਨੂੰਨ ਤੋੜੇ ਗਏ ਹਿੰਦੁਸਤਾਨੀ ਲੋਕਾਂ ਦੁਆਰਾ, ਜਿਵੇਂ ਪੈਜ਼ੈਂਟਸ ਰਿਫਿਊਜ਼ ਟੂ ਪੇ ਰੈਵਨਿਊ। ਕਿਸਾਨਾਂ ਨੇ ਅੰਗਰੇਜ਼ ਹਕੂਮਤ ਨੂੰ, ਅੰਗਰੇਜ਼ ਸਰਕਾਰ ਨੂੰ ਟੈਕਸ ਦੇਣਾ ਬੰਦ ਕਰ ਦਿੱਤਾ। ਚੌਕੀਦਾਰੀ ਟੈਕਸਿਸ ਔਰ ਚੌਕੀਦਾਰੀ ਟੈਕਸ ਜਿਹੜਾ ਲੱਗਦਾ ਸੀ ਪਿੰਡ ਦੇ ਵਿੱਚ ਉਹ ਲੋਕਾਂ ਨੇ ਦੇਣਾ ਬੰਦ ਕਰ ਦਿੱਤਾ। ਵਿਲੇਜ ਅਫੀਸ਼ੀਅਲਸ ਰਿਜ਼ਾਈਨਡ, ਪਿੰਡਾਂ ਦੇ ਜਿਹੜੇ ਸਰਕਾਰੀ ਅਹੁਦਿਆਂ ਦੇ ਉੱਪਰ ਹਿੰਦੁਸਤਾਨੀ ਲੱਗੇ ਹੋਏ ਸੀਗੇ ਉਹਨਾਂ ਨੇ ਆਪਣੀਆਂ ਜੌਬ ਤੋਂ ਰਿਜ਼ਾਈਨ ਕਰ ਦਿੱਤਾ। ਐਂਡ ਇਨ ਮੈਨੀ ਪਲੇਸਿਸ ਫੋਰੈਸਟ ਪੀਪਲ ਵਾਇਲੇਟਡ ਫੋਰੈਸਟ ਲਾਜ਼ ਗੋਇੰਗ ਇਨ ਟੂ ਰਿਜ਼ਰਵਡ ਫੋਰੈਸਟ ਟੂ ਕਲੈਕਟ ਵੁੱਡ ਐਂਡ ਗ੍ਰੇਜ਼ ਕੈਟਲ। ਸਾਨੂੰ ਪਤਾ ਹੈ ਕਿ ਅੰਗਰੇਜ਼ਾਂ ਨੇ ਫੋਰੈਸਟ ਲਾਅ ਲਾਗੂ ਕੀਤੇ ਸੀਗੇ ਹਿੰਦੁਸਤਾਨ ਦੇ ਵਿੱਚ, ਅਸੀਂ 9th ਕਲਾਸ 'ਚ ਪੜ੍ਹਿਆ। ਔਰ ਫੋਰੈਸਟ ਲਾਅਜ਼ ਦੇ ਅਕੋਰਡਿੰਗ ਜਿਹੜੇ ਆਦੀਵਾਸੀ ਸੀਗੇ, ਟਰਾਈਬਲ ਪੀਪਲ ਸੀਗੇ, ਉਹ ਰਿਜ਼ਰਵਡ ਫੋਰੈਸਟ ਨਹੀਂ ਸੀ ਜਾ ਸਕਦੇ ਜੰਗਲ ਉੱਥੇ ਲੱਕੜ ਕੱਟਣ ਜਾਂ ਜਾਨਵਰ ਚਾਰਨ ਵਾਸਤੇ। ਲੇਕਿਨ ਗਾਂਧੀ ਜੀ ਦੀ ਪ੍ਰੇਰਨਾ ਦੇ ਨਾਲ ਜਿਹੜਾ ਹੈ ਬਹੁਤ ਸਾਰੇ ਟਰਾਈਬਲ ਪੀਪਲ ਨੇ ਹੁਣ ਜੰਗਲਾਂ 'ਚ ਜਾਣਾ ਸ਼ੁਰੂ ਕਰ ਦਿੱਤਾ ਔਰ ਇਸ ਤਰ੍ਹਾਂ ਅੰਗਰੇਜ਼ਾਂ ਦੇ ਫੋਰੈਸਟ ਲਾਅਜ਼ ਨੂੰ ਤੋੜਿਆ। ਦੇਖੋ ਪਿਕਚਰ ਉੱਪਰ ਦਿੱਤੀ ਹੋਈ ਹੈ ਡਾਂਡੀ ਮਾਰਚ ਦੀ, ਜਿਸ ਤੁਸੀਂ ਦੇਖ ਸਕਦੇ ਹਾਂ ਕਿ ਗਾਂਧੀ ਜੀ ਜਾ ਰਹੇ ਨੇ, ਉਹਨਾਂ ਦੇ ਨਾਲ ਉਹਨਾਂ ਦੇ ਬਹੁਤ ਸਾਰੇ ਫੋਲੋਅਰਸ ਉਹਨਾਂ ਨੂੰ ਕੰਪਨੀ ਕਰ ਰਹੇ ਨੇ। ਫਿਗਰ 7 ਹੈ ਡਾਂਡੀ ਮਾਰਚ ਦੀ, ਦਿਖਾਇਆ ਗਿਆ ਕਿ ਕਿਵੇਂ 78 ਵਲੰਟੀਅਰਸ ਗਾਂਧੀ ਜੀ ਦੇ ਨਾਲ ਚੱਲ ਰਹੇ ਸੀਗੇ ਔਰ ਰਸਤੇ ਦੇ ਵਿੱਚ ਹੋਰ ਵੀ ਬਹੁਤ ਸਾਰੇ ਹਜ਼ਾਰਾਂ ਲੋਕ ਉਹਨਾਂ ਦੇ ਨਾਲ ਜੁੜ ਗਏ। ਸੋ ਅਸੀਂ ਦੇਖਿਆ ਕਿ ਜਿਹੜੀ ਸਿਵਲ ਡਿਸਓਬੀਡੀਐਂਸ ਮੂਵਮੈਂਟ ਸੀਗੀ 1930 ਦੀ ਕਾਫੀ ਜ਼ਿਆਦਾ ਡਿਵੈਲਪ ਹੋ ਰਹੀ ਸੀ, ਕਾਫੀ ਸਕਸੈਸਫੁਲ ਹੋ ਰਹੀ ਸੀਗੀ। ਸਾਰੇ ਦੇਸ਼ ਦੇ ਲੋਕ ਇਹਨੂੰ ਜਿਹੜਾ ਹੈ ਕੋਆਪਰੇਟ ਕਰ ਰਹੇ ਸੀ, ਇਸ ਮੂਵਮੈਂਟ ਨੂੰ ਪਾਰਟੀਸਪੇਟ ਕਰ ਰਹੇ ਸੀਗੇ। ਸੋ ਵਰੀਡ ਬਾਈ ਦਾ ਡਿਵੈਲਪਮੈਂਟਸ ਦਾ ਕਲੋਨੀਅਲ ਗਵਰਨਮੈਂਟ ਬਿਗੈਨ ਅਰੈਸਟਿੰਗ ਦਾ ਕਾਂਗਰਸ ਲੀਡਰਸ ਵਨ ਬਾਏ ਵਨ। ਸੋ ਕੀ ਹੋਇਆ ਕਿ ਅੰਗਰੇਜ਼ ਸਰਕਾਰ ਜਿਹੜੀ ਸੀਗੀ ਕਾਫੀ ਚਿੰਤਤ ਹੋ ਗਈ ਸੀਗੀ ਕਿ ਇਹ ਮੂਵਮੈਂਟ ਇੰਨੀ ਸਕਸੈਸਫੁਲ ਕਿਉਂ ਹੋ ਰਹੀ ਹੈ। ਤਾਂ ਇਸ ਮੂਵਮੈਂਟ ਨੂੰ ਕਮਜ਼ੋਰ ਕਰਨ ਦੇ ਲਈ ਉਹਨਾਂ ਨੇ ਇੱਕ ਇੱਕ ਕਰਕੇ ਕਾਂਗਰਸ ਦੇ ਲੀਡਰਸ ਨੂੰ ਅਰੈਸਟ ਕਰਨਾ, ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ। ਦਿਸ ਲੈਡ ਟੂ ਵਾਇਲੈਂਟ ਕਲੈਸ਼ਿਸ ਇਨ ਮੈਨੀ ਪਲੇਸਿਸ, ਜਿਸ ਕਾਰਨ ਕੀ ਹੋਇਆ ਕਿ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਬ੍ਰਿਟਿਸ਼ ਪੁਲਿਸ ਔਰ ਹਿੰਦੁਸਤਾਨੀ ਲੋਕਾਂ ਦੇ ਵਿਚਕਾਰ ਜਿਹੜਾ ਹੈ ਲੜਾਈਆਂ ਹੋਣੀਆਂ ਸ਼ੁਰੂ ਹੋ ਗਈਆਂ। ਵੈਨ ਅਬਦੁਲ ਗਫਾਰ ਖਾਨ, ਅ ਡੈਵੋਟ ਡਿਸਿਪਲ ਆਫ ਮਹਾਤਮਾ ਗਾਂਧੀ, was arrested in April 1930, angry crowds demonstrated in the streets of Peshawar facing armored cars and police firing। ਪੇਸ਼ਾਵਰ ਦੀ ਗੱਲ ਕਰ ਰਿਹਾ, ਕਹਿੰਦਾ ਜਦੋਂ ਗਾਂਧੀ ਜੀ ਦਾ ਇੱਕ ਖਾਸ ਚੇਲਾ ਸੀਗਾ ਅਬਦੁਲ ਗਫਾਰ ਖਾਨ ਕਾਂਗਰਸ ਦੇ ਵਿੱਚ, ਔਰ
ਅਪ੍ਰੈਲ 1930 ਦੇ ਵਿੱਚ ਉਸ ਬੰਦੇ ਨੂੰ, ਉਸ ਲੀਡਰ ਨੂੰ, ਅਬਦੁਲ ਗਫਾਰ ਖਾਨ ਨੂੰ ਅਰੈਸਟ ਕਰ ਲਿਆ ਗਿਆ, ਗ੍ਰਿਫਤਾਰ ਕਰ ਲਿਆ ਗਿਆ। ਜਵਾਬ ਦੇ ਵਿੱਚ ਲੋਕ ਕਾਫੀ ਗੁੱਸੇ ਦੇ ਵਿੱਚ ਆ ਗਏ ਔਰ ਪੇਸ਼ਾਵਰ ਦੀਆਂ ਗਲੀਆਂ ਦੇ ਵਿੱਚ ਗੁੱਸੇ ਵਿੱਚ ਆਏ ਲੋਕਾਂ ਨੇ ਕਾਫੀ ਜ਼ਿਆਦਾ ਵਿਰੋਧ ਪ੍ਰਦਰਸ਼ਨ ਕੀਤਾ ਅੰਗਰੇਜ਼ਾਂ ਦੇ ਖਿਲਾਫ। ਤਾਂ ਇਸ ਦੇ ਜਵਾਬ ਦੇ ਵਿੱਚ ਬ੍ਰਿਟਿਸ਼ ਪੁਲਿਸ ਨੇ ਫਾਇਰਿੰਗ ਕਰ ਦਿੱਤੀ, ਉਹਨਾਂ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ। ਬਹੁਤ ਸਾਰੇ ਹਿੰਦੁਸਤਾਨੀ ਮਾਰੇ ਗਏ। ਇਸ ਤੋਂ ਬਾਅਦ 1 ਮਹੀਨੇ ਬਾਅਦ ਹੀ ਜਿਹੜਾ ਹੈ ਮਹਾਤਮਾ ਗਾਂਧੀ ਜੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਅੰਗਰੇਜ਼ਾਂ ਦੇ ਦੁਆਰਾ, ਜਿਹਦੇ ਜਵਾਬ ਦੇ ਵਿੱਚ ਸ਼ੋਲਾਪੁਰ ਨਾਮ ਦੀ ਪਲੇਸ ਦੇ ਵਿੱਚ ਉੱਥੋਂ ਦੇ ਵਰਕਰਸ ਨੇ, ਇੰਡਸਟਰੀਅਲ ਵਰਕਰਸ ਨੇ ਪੁਲਿਸ ਥਾਣਿਆਂ ਦੇ ਉੱਪਰ ਹਮਲਾ ਕੀਤਾ, ਮਿਊਨਸੀਪਲ ਆਫਿਸ ਦੀਆਂ ਜਿਹੜੀਆਂ ਬਿਲਡਿੰਗ ਸੀ ਉਹਨਾਂ ਦੇ ਉੱਪਰ ਅਟੈਕ ਕੀਤਾ, ਅਦਾਲਤਾਂ ਦੇ ਉੱਪਰ ਅਟੈਕ ਕਰਨਾ ਸ਼ੁਰੂ ਕਰ ਦਿੱਤਾ, ਰੇਲਵੇ ਸਟੇਸ਼ਨਸ ਦੇ ਉੱਪਰ ਹਮਲਾ ਕਰ ਦਿੱਤਾ ਲੋਕਾਂ ਨੇ। ਸੋ ਕਹਿਣ ਦਾ ਮਤਲਬ ਕਿ ਜਿੰਨੇ ਵੀ ਸਟਰਕਚਰ ਸੀਗੇ, ਜਿੰਨੀਆਂ ਵੀ ਇੰਸਟੀਟਿਊਸ਼ਨ ਸੀਗੀਆਂ ਜੋ ਬ੍ਰਿਟਿਸ਼ ਰੂਲ ਦਾ ਸਿੰਬਲ ਸੀਗੀਆਂ, ਸਾਰਿਆਂ ਦੇ ਉੱਪਰ ਹਿੰਦੁਸਤਾਨੀਆਂ ਨੇ ਅਟੈਕ ਕਰਨੇ ਸ਼ੁਰੂ ਕਰ ਦਿੱਤੇ। ਫਰਾਈਟਨਡ ਗਵਰਨਮੈਂਟ ਰਿਸਪੌਂਡਡ ਵਿਦ ਦ ਪੋਲਿਸੀ ਆਫ ਬਰੂਟਲ ਰਿਪਰੈਸ਼ਨ। ਅੰਗਰੇਜ਼ ਸਰਕਾਰ ਹੁਣ ਬਿਲਕੁਲ ਡਰੀ ਹੋਈ ਸੀਗੀ ਔਰ ਡਰ ਕੇ ਉਹਨਾਂ ਨੇ ਹਿੰਦੁਸਤਾਨੀਆਂ ਦੇ ਉੱਪਰ ਹੋਰ ਜ਼ੁਲਮ ਕੀਤੇ ਤਾਂ ਕਿ ਇਸ ਮੂਵਮੈਂਟ ਨੂੰ ਖਤਮ ਕੀਤਾ ਜਾ ਸਕੇ, ਡਰਾ ਕੇ। ਪੀਸਫੁਲ ਸੱਤਿਆਗ੍ਰਹੀਜ਼ ਵਰ ਅਟੈਕਡ। ਜਿਹੜੇ ਸੱਤਿਆਗ੍ਰਹੀ ਸ਼ਾਂਤਮਈ ਤਰੀਕੇ ਦੇ ਨਾਲ ਵੀ ਵਿਰੋਧ ਕਰ ਰਹੇ ਸੀਗੇ, ਉਹਨਾਂ ਦੇ ਉੱਪਰ ਵੀ ਜਿਹੜਾ ਹੈ ਪੁਲਿਸ ਨੇ ਅਟੈਕ ਕੀਤਾ। ਵਿਮਨ ਐਂਡ ਚਿਲਡਰਨ ਵਰ ਬੀਟਨ। ਔਰਤਾਂ ਔਰ ਬੱਚਿਆਂ ਨੂੰ ਵੀ ਜਿਹੜਾ ਹੈ ਲਾਠੀਚਾਰਜ ਕੀਤਾ ਗਿਆ। ਅਬਾਊਟ 1 ਲੱਖ ਪੀਪਲ ਵਰ ਅਰੈਸਟਡ। 1 ਲੱਖ ਦੇ ਕਰੀਬ ਹਿੰਦੁਸਤਾਨੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। In such a situation, Mahatma Gandhi once again decided to call off the movement. ਮਹਾਤਮਾ ਗਾਂਧੀ ਜੀ ਨੇ ਦੇਖਿਆ ਕਿ ਮੂਵਮੈਂਟ ਕਾਫੀ ਵਾਇਲੈਂਟ ਹੋ ਰਹੀ ਹੈ, ਜਿੱਥੇ ਅੰਗਰੇਜ਼ ਸਰਕਾਰ ਜਿਹੜੀ ਹੈ ਲਗਾਤਾਰ ਜ਼ੁਲਮ ਕਰ ਰਹੀ ਹੈ, ਲੋਕਾਂ ਨੂੰ ਮਾਰ ਰਹੀ ਹੈ, ਉੱਥੇ ਬਹੁਤ ਸਾਰੇ ਜਿਹੜੇ ਸੱਤਿਆਗ੍ਰਹੀ ਨੇ ਉਹ ਵੀ ਕਈ ਵਾਰੀ ਵਾਇਲੈਂਟ ਹੋ ਰਹੇ ਨੇ। ਸੋ ਗਾਂਧੀ ਜੀ ਨੇ ਫੈਸਲਾ ਕੀਤਾ ਕਿ ਮੂਵਮੈਂਟ ਮੈਂ ਬੰਦ ਕਰਾਂਗਾ ਐਂਡ ਐਂਟਰਡ ਇਨਟੂ ਅ ਪੈਕਟ ਵਿਦ ਇਰਵਿਨ ਔਨ 5 ਮਾਰਚ 1931। ਔਰ ਗਾਂਧੀ ਜੀ ਨੇ ਇਸ ਸਮੇਂ ਅੰਗਰੇਜ਼ਾਂ ਦਾ ਜਿਹੜਾ ਵਾਇਸਰੋਏ ਸੀਗਾ ਲਾਰਡ ਇਰਵਿਨ, ਉਹਦੇ ਨਾਲ ਇੱਕ ਸਮਝੌਤਾ ਕੀਤਾ 5 ਮਾਰਚ 1931 ਨੂੰ। ਇਹਨੂੰ ਅਸੀਂ ਇਤਿਹਾਸ ਦੇ ਵਿੱਚ ਗਾਂਧੀ ਇਰਵਿਨ ਪੈਕਟ ਦੇ ਨਾਮ ਨਾਲ ਜਾਣਦੇ ਹਾਂ। ਇਹ ਗਾਂਧੀ ਇਰਵਿਨ ਪੈਕਟ ਸੀਗਾ। ਗਾਂਧੀ ਜੀ ਨੇ ਵਾਇਸਰੋਏ ਇਰਵਿਨ ਦੇ ਨਾਲ ਸਮਝੌਤਾ ਕੀਤਾ ਸੀ। ਇਸ ਸਮਝੌਤੇ ਦੀਆਂ ਸ਼ਰਤਾਂ ਕੀ ਸੀਗੀਆਂ? ਗਾਂਧੀ ਜੀ ਕੰਸੈਂਟਡ ਟੂ ਪਾਰਟਿਸਿਪੇਟ ਇਨ ਅ ਰਾਊਂਡ ਟੇਬਲ ਕਾਨਫਰੰਸ। ਇਸ ਸਮਝੌਤੇ ਦੀ ਪਹਿਲੀ ਸ਼ਰਤ ਸੀਗੀ ਕਿ ਗਾਂਧੀ ਜੀ ਜਿਹੜੇ ਨੇ ਉਹ ਲੰਡਨ ਦੇ ਵਿੱਚ ਹੋਣ ਜਾ ਰਹੀ ਸੈਕੰਡ ਰਾਊਂਡ ਟੇਬਲ ਕਾਨਫਰੰਸ ਵਿੱਚ ਹਿੱਸਾ ਲੈਣਗੇ। ਇਸ ਤੋਂ ਪਹਿਲਾਂ ਜਿਹੜੀ ਪਹਿਲੀ ਰਾਊਂਡ ਟੇਬਲ ਕਾਨਫਰੰਸ ਹੋਈ ਸੀ, ਕਾਂਗਰਸ ਨੇ ਉਹਦਾ ਬਾਈਕਾਟ ਕਰ ਦਿੱਤਾ ਸੀਗਾ। ਲੇਕਿਨ ਇਹ ਹੁਣੇ ਹੀ ਫੈਸਲਾ ਹੋਇਆ ਕਿ ਜਿਹੜੀ ਸੈਕੰਡ ਰਾਊਂਡ ਟੇਬਲ ਕਾਨਫਰੰਸ ਹੋ ਰਹੀ ਹੈ ਹਿੰਦੁਸਤਾਨੀ ਪੋਲੀਟੀਕਲ ਲੀਡਰਸ ਦੀ ਅੰਗਰੇਜ਼ ਸਰਕਾਰ ਦੇ ਨਾਲ ਲੰਡਨ ਦੇ ਵਿੱਚ, ਉਹਦੇ ਵਿੱਚ ਕਾਂਗਰਸ ਵੀ ਹਿੱਸਾ ਲਏਗੀ ਔਰ ਗਾਂਧੀ ਜੀ ਕਾਂਗਰਸ ਵੱਲੋਂ ਸ਼ਾਮਿਲ ਹੋਣਗੇ। ਹਾਂਜੀ, ਨੈਕਸਟ। ਸੋ ਇਹ ਲੰਡਨ 'ਚ ਹੋਣੀ ਸੀ ਕਾਨਫਰੰਸ। ਗਵਰਨਮੈਂਟ ਐਗਰੀ ਟੂ ਰਿਲੀਜ਼ ਦਾ ਪੋਲੀਟੀਕਲ ਪ੍ਰਿਜ਼ਨਰਸ। ਦੂਜੀ ਸ਼ਰਤ ਸੀਗੀ ਕਿ ਬਦਲੇ ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਜਿਹੜੀ ਹੈ ਕਾਂਗਰਸ ਦੇ ਜਿਹੜੇ ਪੋਲੀਟੀਕਲ ਪ੍ਰਿਜ਼ਨਰ ਨੇ, ਜਿਹੜੇ ਲੀਡਰ ਅੰਗਰੇਜ਼ਾਂ ਦੀ ਕੈਦ ਵਿੱਚ ਸੀਗੇ, ਉਹਨਾਂ ਸਾਰਿਆਂ ਨੂੰ ਰਿਹਾ ਕਰੇਗੀ ਅੰਗਰੇਜ਼ ਸਰਕਾਰ। ਇਨ ਦਸੰਬਰ 1931 ਗਾਂਧੀ ਜੀ ਵੈਂਟ ਟੂ ਲੰਡਨ ਫॉर ਦ ਕਾਨਫਰੰਸ। ਸੋ ਇਹਦੇ 'ਚ ਤੀਜੀ ਸ਼ਰਤ ਇੱਕ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਤੀਜੀ ਸ਼ਰਤ ਇਹ ਸੀਗੀ ਕਿ ਗਾਂਧੀ ਜੀ ਜਿਹੜੇ ਨੇ ਉਹ ਸਿਵਲ ਡਿਸਓਬੀਡੀਐਂਸ ਮੂਵਮੈਂਟ ਵੀ ਖਤਮ ਕਰਨਗੇ। ਸੋ ਦਸੰਬਰ 1931 ਦੇ ਵਿੱਚ ਗਾਂਧੀ ਜੀ ਰਾਊਂਡ ਟੇਬਲ ਕਾਨਫਰੰਸ 'ਚ ਹਿੱਸਾ ਲੈਣ ਲਈ ਲੰਡਨ ਪਹੁੰਚੇ, ਬਟ ਦ ਨੈਗੋਸ਼ੀਏਸ਼ਨਸ ਬ੍ਰੋਕ ਡਾਊਨ ਐਂਡ ਹੀ ਰਿਟਰਨਡ ਡਿਸਅਪੁਆਇੰਟਡ। ਲੇਕਿਨ ਉੱਥੇ ਜਿਹੜੀ ਮੀਟਿੰਗ ਹੋਈ ਰਾਊਂਡ ਟੇਬਲ ਕਾਨਫਰੰਸ ਉਹ ਬਿਲਕੁਲ ਅਨਸਕਸੈਸਫੁਲ ਰਹੀ ਔਰ ਗਾਂਧੀ ਜੀ ਨਿਰਾਸ਼ ਹੋ ਕੇ ਹਿੰਦੁਸਤਾਨ ਵਾਪਸ ਪਰਤੇ। ਉਹਦਾ ਕੋਈ ਵੀ ਜਿਹੜਾ ਹੈ ਸਕਸੈਸ ਨਹੀਂ ਸੀ ਮਿਲੀ ਗਾਂਧੀ ਜੀ ਨੂੰ। ਬੈਕ ਇਨ ਇੰਡੀਆ ਹੀ ਡਿਸਕਵਰਡ ਦੈਟ ਦ ਗਵਰਨਮੈਂਟ ਹੈਡ ਬਿਗਨ ਅ ਨਿਊ ਸਾਈਕਲ ਆਫ ਰਿਪਰੈਸ਼ਨ। ਜਦੋਂ ਗਾਂਧੀ ਜੀ ਵਾਪਸ ਆਏ ਲੰਡਨ ਤੋਂ, ਹਿੰਦੁਸਤਾਨ ਤੋਂ, ਉਹਨਾਂ ਨੇ ਦੇਖਿਆ ਕਿ ਹੁਣ ਤੱਕ ਬ੍ਰਿਟਿਸ਼ ਗਵਰਨਮੈਂਟ ਨੇ ਦੁਬਾਰਾ ਤੋਂ ਲੋਕਾਂ ਦੇ ਉੱਪਰ ਰਿਪਰੈਸ਼ਨ, ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਸੀਗੇ। ਗਫਾਰ ਖਾਨ ਔਰ ਜਵਾਹਰ ਲਾਲ ਨਹਿਰੂ ਨੂੰ ਦੁਬਾਰਾ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਔਰ ਕਾਂਗਰਸ ਨੂੰ ਹਿੰਦੁਸਤਾਨ ਦੇ ਵਿੱਚ ਇਲੀਗਲ ਪਾਰਟੀ, ਗੈਰ ਕਾਨੂੰਨੀ ਪਾਰਟੀ ਡਿਕਲੇਅਰ ਕਰ ਦਿੱਤਾ ਸੀ ਬ੍ਰਿਟਿਸ਼ ਗਵਰਨਮੈਂਟ ਨੇ। ਅ ਸੀਰੀਜ਼ ਆਫ ਮੈਜਰਸ ਹੈਡ ਬੀਨ ਇੰਪੋਜ਼ਡ ਟੂ ਪ੍ਰੀਵੈਂਟ ਮੀਟਿੰਗਸ, ਡੈਮੋਨਸਟ੍ਰੇਸ਼ਨਸ ਐਂਡ ਬਾਈਕਾਟਸ। ਔਰ ਬਹੁਤ ਸਾਰੇ ਤਰੀਕਿਆਂ ਦੇ ਨਾਲ ਬ੍ਰਿਟਿਸ਼ ਗਵਰਨਮੈਂਟ ਨੇ ਪੀਸਫੁਲ ਡੈਮੋਨਸਟ੍ਰੇਸ਼ਨਸ ਔਰ ਬਾਈਕਾਟਸ ਨੂੰ ਵੀ ਜਿਹੜਾ ਹੈ ਖਤਮ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਵਿਦ ਗ੍ਰੇਟ ਐਪਰੀਹੈਂਸ਼ਨ ਗਾਂਧੀ ਜੀ ਰੀਲਾਂਚ ਦ ਸਿਵਲ ਡਿਸਓਬੀਡੀਐਂਸ ਮੂਵਮੈਂਟ। ਸੋ ਗਾਂਧੀ ਜੀ ਨੇ ਫੈਸਲਾ ਕੀਤਾ ਕਿ ਦੁਬਾਰਾ ਤੋਂ ਸਿਵਲ ਡਿਸਓਬੀਡੀਐਂਸ ਮੂਵਮੈਂਟ ਸ਼ੁਰੂ ਕਰਨਗੇ ਹਿੰਦੁਸਤਾਨ ਦੇ ਵਿੱਚ। ਫॉर ਓਵਰ ਅ ਈਅਰ ਦ ਮੂਵਮੈਂਟ ਕੰਟੀਨਿਊਡ। ਇਸ ਤੋਂ ਬਾਅਦ ਤਕਰੀਬਨ 1 ਸਾਲ ਇਹ ਮੂਵਮੈਂਟ ਜਾਰੀ ਰਹੀ, ਬਟ ਬਾਏ 1934 ਇਟ ਲੌਸਟ ਇਟਸ ਮੋਮੈਂਟਮ। ਲੇਕਿਨ 1934 ਤੱਕ ਪਹੁੰਚਦੇ ਇਹ ਜਿਹੜੀ ਮੂਵਮੈਂਟ ਸੀ ਹੌਲੀ ਹੌਲੀ ਖਤਮ ਹੋਣੀ ਸ਼ੁਰੂ ਹੋ ਗਈ ਔਰ ਇਹ ਮੂਵਮੈਂਟ ਜਿਹੜੀ ਹੈ ਬਿਲਕੁਲ ਖਤਮ ਹੋ ਗਈ। ਸੋ ਉਹਦੇ 'ਚ ਅਸੀਂ ਮੇਨ ਇਵੈਂਟਸ ਦੇਖੇ ਨੇ ਸਿਵਲ ਡਿਸਓਬੀਡੀਐਂਸ ਮੂਵਮੈਂਟ 'ਤੇ।
ਕਾਫੀ ਇੰਪੋਰਟੈਂਟ ਹੈ। ਸੋ ਇਹਨੂੰ ਜਿਹੜਾ ਡੀਪਲੀ ਤੁਸੀਂ ਅੰਡਰਸਟੈਂਡ ਕਰਨਾ ਹੈ। ਅਗਰ ਕੋਈ ਕੁਐਰੀ ਹੈ ਤਾਂ ਤੁਸੀਂ ਪੋਸਟ ਕਰ ਸਕਦੇ ਹੋ। ਥੈਂਕ ਯੂ।